ਦੋਸਤੋ ਕੈਨ ਪੰਜਾਬ ਮੀਡੀਆ ਦੇ ਪਲੇਟਫਾਰਮ ਤੇ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ। ਇੱਕ ਸੰਵੇਦਨਸ਼ੀਲ ਮੁੱਦੇ ਦੇ ਉੱਪਰ ਜਿਹਦੇ ਨਾਲ ਸਾਰਿਆਂ ਦੇ ਹਿਰਦੇ ਜੁੜੇ ਹੋਏ ਆ, ਉਹਦੇ ਉੱਪਰ ਬਹੁਤ ਕੁਝ ਕਹਿ ਲਿਆ ਗਿਆ ਆ। ਬੜੀ ਵਿਚਾਰ ਚਰਚਾ ਹੋ ਚੁੱਕੀ ਆ। ਬੜੇ ਲੰਮੇ ਰਿਪੋਰਟਾਂ ਦਿੱਤੀਆਂ ਜਾ ਸਕੀਆਂ। ਦੋ ਗੱਲਾਂ ਜਿਹੜੀਆਂ ਰਹਿ ਗਈਆਂ ਉਹ ਮੈਂ ਤੁਹਾਡੇ ਨਾਲ ਕਰਨੀਆਂ। ਗੱਲ ਰਿਪੀਟ ਨਹੀਂ ਕਰਨੀ, ਕੁਛ ਨਵੀਂ ਗੱਲ ਕਰਾਂਗੇ ਜਿਹੜੀ ਸਾਡੇ ਵੀ ਤੁਹਾਡੇ ਵੀ ਕੰਮ ਆਉਣ ਵਾਲੀ ਹੋਵੇ। ਸਮੇਂ ਦੀਆਂ ਸਰਕਾਰਾਂ ਨੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਕਿਸ ਤਰ੍ਹਾਂ ਲਿਆ ਆ, ਉਹਨਾਂ ਦੀਆਂ ਚਾਲਾਂ ਕਿਸ ਤਰ੍ਹਾਂ ਰਹੀਆਂ ਹੈਗੀਆਂ ਨੇ। ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ, ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਅੱਜ ਤੋਂ 6 ਸਾਲ ਪਹਿਲਾਂ ਵੀ ਖੜਿਆ ਸੀ, 20 ਸਾਲ ਪਹਿਲਾਂ ਵੀ ਖੜਾ ਸੀ, 25 ਸਾਲ ਪਹਿਲਾਂ ਵੀ ਖੜਾ ਸੀ, 1986 ਦੇ ਵਿੱਚ, ਅੱਜ ਵੀ ਖੜਾ। ਉਸੇ ਤਰ੍ਹਾਂ ਹੀ 2 ਮਿੰਟ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਟੱਚ ਬਹੁਤ ਸਾਰੇ ਮੀਡੀਆ ਨੇ ਨਹੀਂ ਕੀਤੀਆਂ। ਕਿ ਜਦੋਂ 1915 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ, ਉਸ ਸਮੇਂ ਇਹ ਮੰਦਭਾਗਾ ਦੌਰ 1986 ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ। ਇਹਨਾਂ ਦਿਨਾਂ ਦੇ ਵਿੱਚ 2015 ਦੇ ਵਿੱਚ ਇਹ ਦੌਰ ਸ਼ੁਰੂ ਹੋਇਆ। ਇੱਕ ਪਾਰਟੀਕੂਲਰ ਡੇਰਾ ਜਿਹੜਾ ਹੈਗਾ ਸੌਦਾ ਸਾਧ, ਉਹਦੇ ਵੱਲੋਂ ਬਕਾਇਦਾ ਚੈਲੰਜ ਕੀਤੇ ਗਏ। ਸ਼੍ਰੀ ਗੁਰੂ ਮਹਾਰਾਜ ਦੀ ਬੇਅਦਬੀ ਹੋਈ 2015 ਦੇ ਵਿੱਚ, ਔਰ ਚੈਲੰਜ ਕਰਕੇ ਹੋਈ। ਉਸ ਤੋਂ ਬਾਅਦ ਸੰਗਤਾਂ ਦਾ ਰੋਸ ਉੱਠਣਾ ਸੁਭਾਵਿਕ ਸੀ, ਉੱਠਿਆ। ਪੰਥਕ ਹੁੰਦੀ ਹੋਈ ਸਰਕਾਰ ਨੇ ਇਸ ਮਾਮਲੇ 'ਤੇ ਲਿਪਾ ਚੋਪੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਹੀਂ ਗੱਲ ਬਣੀ ਤੇ ਰੋਸ ਕਰਦੀਆਂ ਸੰਗਤਾਂ 'ਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ। ਸਿੱਟਾ ਇਹ ਨਿਕਲਿਆ, ਕਲੈਸ਼ ਹੋਇਆ। ਸੰਗਤਾਂ ਜਿਹੜੀਆਂ ਸ਼ਾਂਤਮਈ ਬੈਠੀਆਂ ਹੋਈਆਂ ਸੀਗੀਆਂ, ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ, ਸਿੰਘ ਸ਼ਹੀਦ ਹੋਏ। ਜਦੋਂ ਇੱਕਦਮ ਰੋਸ ਵਧਿਆ ਤੇ ਅਕਾਲੀ ਭਾਜਪਾ ਜੋ ਬੁਰੀ ਤਰ੍ਹਾਂ ਸਰਕਾਰ ਘਿਰੀ ਹੋਈ ਸੀ, ਪੰਥਕ ਹੁੰਦੀ ਸਰਕਾਰ ਚਾਰੇ ਬੰਨਿਓਂ ਘਿਰੀ ਹੋਣ ਕਰਕੇ, ਦਬਾਅ ਪੈਣ ਕਰਕੇ ਇਹਨਾਂ ਮਾਮਲਿਆਂ ਦੀ ਜਾਂਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲਿਆਂ ਦੀ ਜਾਂਚ CBI ਨੂੰ ਸੌਂਪੀ ਤੇ ਨਾਲ ਦੀ ਨਾਲ ਇੱਕ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਗੱਲ ਕੀਤੀ। ਉਹ ਸੀ ਧਾਰਾ ਇੰਡੀਅਨ ਪੈਨਲ ਕੋਡ ਦੇ ਤਹਿਤ ਧਾਰਾ 295A। ਇਹ ਕਾਨੂੰਨ ਅੰਗਰੇਜ਼ਾਂ ਦੇ ਸਮੇਂ ਤੋਂ 1927 ਤੋਂ ਬਣਿਆ ਸੀ, ਅੰਗਰੇਜ਼ਾਂ ਦਾ ਬਣਾਇਆ ਹੋਇਆ। ਇੰਨੇ ਸਾਲ, ਇੱਕ ਸਦੀ ਬੀਤਣ ਤੋਂ ਬਾਅਦ ਫਿਰ ਇਸ ਕਾਨੂੰਨ ਨੂੰ ਸੋਧ ਕਰਨ ਦੀ ਗੱਲ ਹੋਈ ਕਿ ਇਹਨੂੰ ਪ੍ਰਭਾਵਸ਼ਾਲੀ ਬਣਾਇਆ ਜਾਵੇ, ਕਿ ਹਾਰੀ ਸਾਰੀ ਕੋਈ ਗੁਰੂ ਮਹਾਰਾਜ ਦੀ ਬੇਅਦਬੀ ਕਰੇ, ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰੇ ਤਾਂ ਉਸ ਨੂੰ ਸਖਤ ਸਜ਼ਾ ਮਿਲੇ। ਇੱਕ ਦਾਅਵਾ ਅਕਾਲੀ ਦਲ ਦੀ ਸਰਕਾਰ ਦਾ ਸੀ। ਸੋ ਉਹ ਸੋਧ ਹੋਈ ਧਾਰਾ 295AA ਦੇ ਤਹਿਤ, ਇੰਡੀਅਨ ਪੈਨਲ ਕੋਡ IPC ਦੇ ਤਹਿਤ ਇਹ ਐਕਟ ਆਉਂਦਾ। ਇਹਦੇ ਵਿੱਚ ਬਕਾਇਦਾ ਸੋਧ ਕਰਕੇ ਪਾਰਲੀਮੈਂਟ 'ਚ ਮਤਾ ਪਾਸ ਕਰਕੇ ਵਿਧਾਨ ਸਭਾ ਦੀ ਤੇ ਇੰਡੀਆ ਨੂੰ ਭੇਜਿਆ ਗਿਆ, ਕੇਂਦਰ ਗੌਰਮੈਂਟ ਨੂੰ ਵਿਚਾਰ ਹਿੱਤ ਭੇਜਿਆ ਗਿਆ, ਰਾਸ਼ਟਰਪਤੀ ਦੇ ਵਿਚਾਰ, ਕੇਂਦਰ ਸਰਕਾਰ ਦੇ ਵਿਚਾਰ ਹਿੱਤ। 2016 ਦੇ ਵਿੱਚ ਇਨ ਬਿਟਵੀਨ ਸਰਕਾਰ ਚਲੇ ਗਈ। ਉਹ ਸਰਕਾਰ ਕੀ ਕਰਕੇ ਗਈ ਸਾਰਿਆਂ ਨੂੰ ਪਤਾ ਹੈਗਾ, ਲੇਕਿਨ ਸਰਕਾਰ ਆਈ ਜਿਹੜੀ ਸਹੁੰ ਚੁੱਕ ਕੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ। ਬੜੀਆਂ ਕਮੇਟੀਆਂ ਨਵੀਆਂ ਬਣੀਆਂ, ਬੜੀਆਂ ਸਿੱਟ ਬਣੀਆਂ, ਜਾਂਚ ਹੋਈ, ਕਮਿਸ਼ਨ ਦੀ ਰਿਪੋਰਟ ਹੋਈ, ਵਿਧਾਨ ਸਭਾ ਦੇ ਸੈਸ਼ਨ ਹੋਏ। ਸਾਰੀ ਗੱਲ ਪਹਿਲਾਂ ਇਹ ਡਿਸਕਸ ਹੋ ਚੁੱਕੀ ਆ। ਜਿਹੜੀ ਗੱਲ ਮੈਂ ਕਰਨੀ ਆ ਉਹ ਇਹ ਕਿ ਇਨ ਬਿਟਵੀਨ ਜਿਹੜਾ ਕਾਨੂੰਨ ਵਿੱਚ ਸੋਧ ਕਰਕੇ ਪਾਸ ਕਰਕੇ ਸਰਕਾਰ ਵੱਲੋਂ, ਪਹਿਲੀ ਸਰਕਾਰ ਵੱਲੋਂ ਭੇਜਿਆ ਗਿਆ ਸੀ, ਉਹ ਵਾਪਸ ਇਤਰਾਜ਼ ਲਾ ਕੇ ਆਇਆ ਸੈਂਟਰ ਗੌਰਮੈਂਟ ਤੋਂ ਕਿ ਇਸ ਕਾਨੂੰਨ ਨੂੰ ਸੈਕੂਲਰ ਫਾਰਮ ਦਿੱਤੀ ਜਾਵੇ, ਸੈਕੂਲਰ ਰੂਪ ਦਿੱਤਾ ਜਾਵੇ। ਠੀਕ ਹੈ, ਕਾਨੂੰਨ ਠੀਕ ਹੈ, ਲੇਕਿਨ ਇਹਨੂੰ ਸਾਰੇ ਹੀ ਧਰਮਾਂ ਦੇ ਲਈ ਐਡ ਕੀਤਾ ਜਾਵੇ। ਇਨ ਬਿਟਵੀਨ
ਕਿੰਨੇ ਸਾਲ ਲੰਘ ਗਏ, 4.5 ਸਾਲ ਲੰਘ ਗਏ। ਹੁਣ ਜਾ ਕੇ ਗਵਰਨਮੈਂਟ ਨੇ ਥੋੜ੍ਹਾ ਸਮਾਂ ਪਹਿਲਾਂ ਉਹਦੇ ਵਿੱਚ ਸੋਧ ਕੀਤੀ, ਬਕਾਇਦਾ ਇਸ ਨੂੰ ਫਾਰਮਲ ਰੂਪ 'ਚ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਵੇਰਵਾ ਪਾਇਆ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੇ ਲਈ ਜਿਹੜੀ ਸਜ਼ਾ ਹੋਏਗੀ ਉਹ ਉਮਰ ਕੈਦ ਹੋਏਗੀ। ਲੇਕਿਨ 15 ਤੇ 7 22 ਆਉਣ ਵਾਲੀ ਆ, 7 ਸਾਲ ਹੋ ਗਏ ਆ। 7 ਸਾਲਾਂ ਦੇ ਵਿੱਚ ਇਹ ਕਾਨੂੰਨ ਬਣ ਕੇ ਇੱਕ ਕਾਨੂੰਨ ਦਾ ਰੂਪ ਨਹੀਂ ਧਾਰਨ ਕਰ ਸਕਿਆ। ਸਿਰਫ ਇੱਕ ਸਰਕਾਰਾਂ ਦੀ ਅਣਗਹਿਲੀ ਕਰਨ ਕਰਕੇ ਇਹ ਦੁਬਾਰਾ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਗਿਆ ਨਹੀਂ ਹਾਲੇ ਤੱਕ। ਅੱਜ ਵੀ ਜੇ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਹੁੰਦਾ ਤਾਂ ਧਾਰਾ 295A ਤਹਿਤ ਹੀ ਹੁੰਦਾ, ਜਿਹਦੇ ਤਹਿਤ ਵੱਧ ਤੋਂ ਵੱਧ ਕਿਸੇ ਵਿਅਕਤੀ ਨੂੰ ਸਜ਼ਾ ਦੀ ਅਵਸਥਾ 3 ਸਾਲ ਹੈ। 3 ਸਾਲ ਸਜ਼ਾ ਵੀ ਕੀ ਹੋਣੀ ਆ, ਅਜੇ ਤੱਕ ਗੱਲ ਉਲਝੀ ਪਈ ਆ ਜਾਂਚ ਦੇ ਵਿੱਚ, ਸਿੱਟਾਂ ਦੇ ਵਿੱਚ, CBI ਦੇ ਵਿੱਚ, ਕੋਰਟਾਂ ਦੇ ਵਿੱਚ। ਜਦੋਂ ਕੋਈ ਕਾਨੂੰਨ ਸਮੇਂ ਸਿਰ ਇਨਸਾਫ ਨਹੀਂ ਦੇ ਪਾਉਂਦਾ ਤੇ ਲੋਕ ਉਸ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਕੇ ਖੁਦ ਇਨਸਾਫ ਲੈ ਲੈਂਦੇ ਆ। ਹਾਲਾਂਕਿ ਇੱਕ ਪੱਤਰਕਾਰ ਹੋਣ ਦੇ ਨਾਤੇ ਅਜਿਹੇ ਵਰਤਾਰਿਆਂ ਨੂੰ ਮੈਂ ਕੋਈ ਬੜਾਵਾ ਨਹੀਂ ਦਿੰਦਾ, ਪਰ ਇੱਕ ਗੱਲ ਨੋਟ ਕਰਨ ਵਾਲੀ ਆ, ਸਿੱਖ ਧਰਮ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੋਰ ਕੁਝ ਵੀ ਨਹੀਂ। ਇਹ ਗੱਲ ਭਾਰਤ ਸਰਕਾਰ ਚੰਗੀ ਤਰ੍ਹਾਂ ਜਾਣਦੀ ਆ ਤੇ ਸਾਡੇ ਪੰਜਾਬ ਦੇ ਸੋ ਕਾਲਡ ਲੀਡਰ ਵੀ ਚੰਗੀ ਤਰ੍ਹਾਂ ਜਾਣਦੇ ਆ। ਸੋ 7 ਸਾਲ ਲੱਗ ਗਏ ਸਹੁੰ ਖਾ ਕੇ, 5 ਸਾਲ ਲੱਗ ਗਏ ਇੱਕ ਕਾਨੂੰਨ ਵਿੱਚ ਸੋਧ ਕਰਨ ਲੱਗਿਆ ਤਾਂ ਉਸ ਨੂੰ ਕਾਨੂੰਨੀ ਰੂਪ ਦੇਣ ਲੱਗਿਆ। ਜਾਂਚ ਹੋਣੀ, ਇਨਸਾਫ ਹੋਣਾ ਇੱਕ ਬਾਕੀ ਆ, ਲੇਕਿਨ ਜਿਨ੍ਹਾਂ ਨੂੰ ਸਜ਼ਾ ਦੇਣੀ ਉਹਦੀ ਵਿਵਸਥਾ ਕਰਨ ਵਾਸਤੇ ਸਰਕਾਰ ਨੂੰ 7 ਸਾਲ ਲੱਗੇ। ਵਿਚਾਰ ਕਰਿਓ, 2022 ਆਉਣ ਵਾਲੀ ਆ। ਇੱਕ ਸਵਾਲ ਜ਼ਰੂਰ ਕਰਨਾ ਤੁਸੀਂ ਆਪਣੇ ਆਗੂਆਂ ਨੂੰ, ਜਿਨ੍ਹਾਂ ਨੇ ਇਹ ਕਹਿ ਕੇ ਵੋਟਾਂ ਲਈਆਂ ਸੀ, ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਤੇ ਜਿਹੜੇ ਦੂਜੇ ਪਾਸੇ ਇਹ ਕਹਿੰਦੇ ਹੈਗੇ ਆ ਕਿ ਜੇ ਪੰਥਕ ਪਾਰਟੀ ਨੇ ਕੁਛ ਨਹੀਂ ਕੀਤਾ ਤੇ ਅਸੀਂ ਹੈਗੇ ਆ। ਹੁਣ 5 ਸਾਲ ਰਾਜ ਉਹਨਾਂ ਵੀ ਕਰ ਲਿਆ ਹੈਗਾ। ਤੁਹਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੋਰ ਕੁਛ ਨਹੀਂ। ਸੋ ਵਿਚਾਰ ਕਰਿਓ, ਤੁਸੀਂ ਕਿੱਥੇ ਖੜੇ ਹੋ, ਤੁਹਾਡੀ ਪ੍ਰਾਪਤੀ ਕੀ ਹੈਗੀ ਆ ਤੇ ਇਨਸਾਫ ਲੈਣ ਦੇ ਲਈ ਤੁਹਾਨੂੰ ਕੀ ਕਰਨ ਦੀ ਲੋੜ ਆ। ਇਹਨਾਂ ਪਾਰਟੀਆਂ ਨੂੰ ਕਿਵੇਂ ਅਕਾਊਂਟੇਬਲ ਠਹਿਰਾਉਣਾ, ਇਹ ਤੁਸੀਂ ਜਾਣਾ ਬਿਹਤਰ ਜਾਣਦੇ ਹੋ। ਕੈਨ ਪੰਜਾਬ ਮੀਡੀਆ ਸੁਣਨ ਲਈ, ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।